ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਲ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਹਿਲਾਂ ਤਾਂ ਗੱਲ ਕਰ ਲੈਂਦੇ ਆ। ਕੱਲ ਦੇ ਪ੍ਰੋਗਰਾਮ ਵਿੱਚ ਦਰਸ਼ਕਾਂ ਵੱਲੋਂ ਸਾਨੂੰ ਇੱਕ ਟੌਪਿਕ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਪੁੱਛੇ ਗਏ। ਅਸੀਂ ਕੱਲ ਪ੍ਰੋਗਰਾਮ ਵਿੱਚ ਜ਼ਿਕਰ ਕੀਤਾ ਸੀ ਕਿ ਕੈਨੇਡਾ ਨੇ ਜੋ ਇਮੀਗ੍ਰੇਸ਼ਨ ਦਾ ਟਾਰਗੇਟ ਤੈਅ ਕੀਤਾ ਉਹ ਪੂਰਾ ਹੋ ਗਿਆ। ਫਿਰ ਸਾਨੂੰ ਪ੍ਰੋਗਰਾਮ ਦੇ ਹੇਠਾਂ ਸਵਾਲ ਆਏ ਨੇ ਜਿਸ ਵਿੱਚ ਪੁੱਛਿਆ ਜਾ ਰਿਹਾ, ਲੋਕ ਦੱਸ ਰਹੇ ਨੇ ਕਿ ਉਹਨਾਂ ਨੂੰ ਤਾਂ ਇਨਵੀਟੇਸ਼ਨ ਨਹੀਂ ਮਿਲਿਆ, ਉਹਨਾਂ ਨੂੰ ਕੋਈ ਸੱਦਾ ਨਹੀਂ ਮਿਲਿਆ, ਤੇ ਜਿਹੜੇ ਹੁਣ ਟਾਰਗੇਟ ਹੈ ਉਹ ਕਿਸ ਤਰ੍ਹਾਂ ਪੂਰਾ ਕੀਤਾ ਗਿਆ ਹੈ। ਬਿਲਕੁਲ ਜੀ, ਕੱਲ ਕਿਉਂਕਿ ਜਿਹੜੇ ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਆ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕੈਨੇਡਾ ਨੇ ਇਸ ਸਾਲ 4,01,000 ਦਾ ਜਿਹੜਾ ਟਾਰਗੇਟ ਸੀ ਉਹਨੂੰ ਪਾਸ ਕਰ ਲਿਆ। ਕੈਨੇਡਾ ਨੇ 4,01,000 ਲੋਕਾਂ ਨੂੰ ਜਿਹੜੀ ਉਹ PR ਦੇ ਦਿੱਤੀ ਗਈ ਆ ਇਸ ਸਾਲ ਦੇ ਵਿੱਚ। ਸੋ ਉਸ ਤੋਂ ਬਾਅਦ ਬਹੁਤ ਸਾਰੇ ਦਰਸ਼ਕਾਂ ਨੂੰ ਸਵਾਲ ਸੀਗਾ ਕਿ ਉਹਨਾਂ ਦੀਆਂ ਜਿਹੜੀਆਂ ਫਾਈਲਾਂ ਦਾ ਨਿਪਟਾਰਾ ਹਾਲੇ ਤੱਕ ਨਹੀਂ ਹੋਇਆ ਵਾ। ਉਹਨਾਂ ਨੂੰ ਬਹੁਤ ਦੇਰ ਦੇ ਇਨਵੀਟੇਸ਼ਨ ਵੀ ਆਏ ਹੋਏ ਨੇ, ਉਹਨਾਂ ਦਾ ਫਾਈਲਾਂ ਦਾ ਪ੍ਰੋਸੈਸ ਚੱਲ ਰਿਹਾ, ਪਰ ਫਾਈਨਲ ਰਿਜ਼ਲਟ ਜਿਹੜਾ ਨਹੀਂ ਆਇਆ। ਕਿਸੇ ਦਾ ਜਿਹੜੀ ਫਾਈਲ ਹੈ ਉਹ ਮੈਡੀਕਲ ਤੱਕ ਪਹੁੰਚੀ ਹੈ, ਕਿਸੇ ਦੀ ਕਿਸੇ ਥਾਂ 'ਤੇ ਜਾ ਕੇ ਅਟਕੀ ਹੋਈ ਆ। ਸੋ ਉਹਦੇ ਨਾਲ ਅਸੀਂ ਇਹ ਵੀ ਦੱਸਿਆ ਸੀਗਾ ਇੱਕ ਬਹੁਤ ਵੱਡਾ ਬੈਕਲੌਗ ਜਿਹੜਾ ਵਾ ਉਹ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਇਸ ਵਕਤ ਪਿਆ ਹੋਇਆ ਵਾ। ਬਹੁਤ ਵੱਡੀ ਮਾਤਰਾ ਵਿੱਚ ਜਿਹੜੀਆਂ ਫਾਈਲਾਂ ਨੇ ਹਾਲੇ ਤੱਕ ਉਹਨਾਂ ਦਾ ਨਿਪਟਾਰਾ ਨਹੀਂ ਹੋਇਆ। ਨਵੰਬਰ ਦੀ ਜਿਹੜੀ ਰਿਪੋਰਟ ਸੀ, ਹਾਲਾਂਕਿ ਹੁਣ ਦਸੰਬਰ ਦਾ ਇਸ ਵਕਤ ਅਸੀਂ ਲਗਭਗ ਅਖੀਰਲੇ ਹਫ਼ਤੇ 'ਚ ਹੁਣ ਦਾਖਲ ਹੋਣ ਵਾਲੇ ਆ, ਪਰ ਜਿਹੜੀ ਨਵੰਬਰ ਦੀ ਰਿਪੋਰਟ ਸੀ ਉਹਦੇ ਆਧਾਰ ਤੇ 18 ਲੱਖ ਜਿਹੜੀਆਂ ਫਾਈਲਾਂ ਨੇ ਬੈਕਲੌਗ ਵਜੋਂ ਪਈਆਂ ਨੇ। 1.8 ਮਿਲੀਅਨ ਜਿਹੜੀਆਂ ਉਹ ਦੱਸੀਆਂ ਸੀ। ਖੁਦ ਇਹ ਸਰਕਾਰੀ ਅੰਕੜਾ ਸੀਗਾ, ਜਿਸ 'ਚ ਕਈ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਨੇ, ਇਹ 'ਚ ਰਿਫਿਊਜੀ ਵੀ ਨੇ, ਜਿਹਦੇ 'ਚ ਸਪਾਊਸ ਵਾਲੇ ਵੀ ਨੇ, ਕਿਉਂਕਿ ਸਪਾਊਸ ਫਾਈਲਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਹਾਲੇ ਤੱਕ ਪੈਂਡਿੰਗ ਪਈਆਂ ਨੇ। ਸੋ ਕੈਨੇਡਾ ਸਰਕਾਰ ਨੇ ਇਹ ਜਿਹੜੀ PR ਦਿੱਤੀ ਹੈ, ਇਹਦੇ ਲਈ ਉਹਨਾਂ ਨੇ ਲਗਭਗ ਜੋ ਅੰਕੜਾ ਦਿੱਤਾ ਗਿਆ, ਉਹਨਾਂ ਨੇ 500,000 ਸ਼ਬਦ ਵਰਤਿਆ ਕਿ 500,000 ਜਿਹੜੀਆਂ ਫਾਈਲਾਂ ਆ ਉਹਨਾਂ ਦਾ ਨਿਪਟਾਰਾ ਕੀਤਾ ਗਿਆ, ਜਿਹਦੇ ਤੋਂ 4 ਲੱਖ ਤੋਂ ਵੱਧ ਤੋਂ ਜਿਹੜੀ ਆ PR ਦਿੱਤੀ ਗਈ ਹੈ। ਫਿਰ ਮਤਲਬ ਇਹ ਆ ਕਿ ਹਲੇ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਉਹਨਾਂ ਉੱਤੇ ਜਿਹੜਾ ਕੰਮ ਹੋਣਾ ਬਾਕੀ ਆ। ਕੁਝ ਦਰਸ਼ਕਾਂ ਨੇ ਇਹ ਵੀ ਸਵਾਲ ਕੀਤਾ ਸੀ ਕਿ ਜਿਹੜੇ ਖਾਸ ਕਰਕੇ 90,000 ਵਾਲੀ ਫਾਈਲ ਆ ਉਹਦਾ ਵੀ ਜਿਹੜਾ ਹਾਲੇ ਤੱਕ ਕਈਆਂ ਨੂੰ ਜਵਾਬ ਨਹੀਂ ਮਿਲਿਆ, ਕਈਆਂ ਨੂੰ ਹਲੇ AOR ਨੰਬਰ ਨਹੀਂ ਆਏ ਆ, ਜਾਂ ਕਈਆਂ ਨੂੰ ਹਲੇ ਉਹਦੇ ਵਿੱਚ PR ਨਹੀਂ ਮਿਲੀ ਆ, ਕਈਆਂ ਨੂੰ AOR ਨੰਬਰ ਆ ਚੁੱਕੇ ਆ, ਅੱਗੇ ਪ੍ਰੋਸੈਸਿੰਗ ਚੱਲ ਰਹੀ ਆ। ਬਿਲਕੁਲ ਜੀ, ਸਾਡੇ ਕੋਲ ਵੀ ਇਹੋ ਜਿਹੇ ਬਹੁਤ ਸਾਰੇ ਜਾਣਕਾਰ ਲੋਕ ਨੇ ਸਾਡੇ ਸੰਪਰਕ ਵਿੱਚ ਨੇ ਜਿਨ੍ਹਾਂ ਨੂੰ ਹਲੇ ਉਸ ਪ੍ਰੋਗਰਾਮ ਦੇ ਤਹਿਤ ਹਲੇ ਤੱਕ PR ਨਹੀਂ ਮਿਲੀ ਆ, ਜਿਸ 'ਚ ਜ਼ਿਆਦਾਤਰ ਸਪਾਊਸਲ ਕੇਸ ਨੇ। ਇਸ ਵਕਤ ਜਿਹੜੀਆਂ ਸਿੰਗਲ ਫਾਈਲਾਂ ਸੀ ਉਹ ਬਹੁਤਾਤ ਮਾਤਰਾ ਵਿੱਚ ਜਿਹੜੀਆਂ ਨਿਕਲ ਚੁੱਕੀਆਂ ਨੇ, ਔਰ ਉਹਦੇ ਵਿੱਚ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਸ ਫਾਈਲ 'ਚ ਉਹਨਾਂ ਨੂੰ ਕੋਈ ਕੰਪਲੈਕਸ ਲੱਗਦਾ ਆ, ਕੋਈ ਡਾਕੂਮੈਂਟ ਘੱਟ ਨੇ, ਮੰਗਵਾਏ ਜਾਂਦੇ ਨੇ, ਜਾਂ ਕੋਈ ਹੋਰ ਉਹਨਾਂ ਨੂੰ ਕਿਤੇ ਕੋਈ ਜਿਹੜੀ ਆ ਕੋਈ ਸ਼ੱਕ ਜਾਂ ਕੋਈ ਹੋਰ ਚੀਜ਼ ਹੁੰਦੀ ਹੈ, ਕਮੀ ਲੱਗਦੀ ਆ, ਤਾਂ ਉਹ ਫਾਈਲ ਜਿਹੜੀ ਆ ਹੱਲੇ ਜ਼ਰੂਰ ਉਹ ਵੀ ਵਿੱਚ ਪਈਆਂ ਨੇ। ਔਰ ਖਾਸ ਕਰਕੇ ਸਪਾਊਸਲ ਜਿਹੜੇ ਕੇਸ ਨੇ ਉਹ ਹੱਲੇ ਬਹੁਤ ਸਾਰੇ ਦਸੰਬਰ ਦੇ ਵਿੱਚ ਅਸੀਂ ਦੇਖਿਆ ਕਿ ਨਿਪਟਾਰਾ ਹੋਇਆ ਵੀ, ਜਾਂ ਐਂ ਲੱਗਦਾ ਕਿ ਹੁਣ ਸਪਾਊਸਲ ਫਾਈਲਾਂ ਨੂੰ ਜਿਹੜਾ ਉਹ ਹੈਂਡਲ ਕੀਤਾ ਜਾ ਰਿਹਾ। ਸੋ ਇਹਦੇ ਵਿੱਚ ਬਹੁਤ ਸਾਰੇ ਦਰਸ਼ਕ ਇਸ ਦੇ ਇਹ ਵੀ ਸਵਾਲ ਕਰਦੇ ਆ, ਹਾਲਾਂਕਿ ਹੋਰਨਾਂ ਪ੍ਰੋਗਰਾਮ ਵਿੱਚ ਵੀ ਉਹ ਸਵਾਲ ਆਉਂਦੇ ਆ ਕਿ ਜਿਹੜੇ ਓਪਨ ਵਰਕ ਪਰਮਿਟ ਆ ਸਪਾਊਸਲ ਕੇਸ ਦੇ ਵਿੱਚ ਉਹਨਾਂ ਦਾ ਵੀ ਕੋਈ ਫੈਸਲਾ ਨਹੀਂ ਆ ਰਿਹਾ। ਸੋ ਜਿਹੜੇ ਤਾਂ ਖਾਸ ਕਰਕੇ ਕੈਨੇਡਾ ਤੋਂ ਬਾਹਰ ਬੈਠੇ ਆ ਉਹਨਾਂ ਲਈ ਇਸ ਵਕਤ ਵਾਕਈ ਇਹ ਸਮਾਂ ਔਖਾ ਆ, ਕਿਉਂਕਿ ਜਿਹੜੀ ਇਹ 4 ਲੱਖ ਦਾ ਟਾਰਗੇਟ ਜਿਹੜਾ ਪੂਰਾ ਕੀਤਾ ਗਿਆ ਵਾ, ਇਹ 'ਚ ਵੀ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਇਸ ਵਕਤ ਕੈਨੇਡਾ ਦੇ ਅੰਦਰ ਹੀ ਬੈਠੇ ਆ। ਕੈਨੇਡੀਅਨ ਐਕਸਪੀਰੀਅੰਸ ਕਲਾਸ 90,000 ਵਾਲੇ ਜਿਹੜਾ ਪ੍ਰੋਗਰਾਮ ਸੀ ਇਹਦੇ ਲਈ, ਜਾਂ ਇਸ ਤੋਂ ਪਹਿਲਾਂ ਜਿਹੜੀਆਂ ਫਾਈਲਾਂ ਲੱਗੀਆਂ ਹੋਈਆਂ ਸੀ, ਕੈਨੇਡੀਅਨ ਇਮੀਗ੍ਰੇਸ਼ਨ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਇਨਲੈਂਡ ਕੈਨੇਡਾ ਦੇ ਵਿੱਚ ਲੋਕ ਬੈਠੇ ਆ ਉਹਨਾਂ ਫਾਈਲਾਂ ਦਾ ਨਿਪਟਾਰਾ ਜਿਹੜਾ ਕੀਤਾ ਜਾ ਸਕੇ, ਕਿਉਂਕਿ ਕੋਵਿਡ ਦਾ ਕਰਕੇ ਜਿਹੜੀਆਂ ਉਹ ਉਡਾਣਾਂ ਬੰਦ ਸੀ, ਯਾਤਰਾ ਵੀ, ਕਿਉਂਕਿ ਜਿੰਨੀਆਂ ਫਲਾਈਟਾਂ ਆਉਂਦੀਆਂ ਨੇ, ਖਾਸ਼ਾ ਇਹ ਵੀ ਆ ਕੇਸ ਆਉਂਦੇ ਆ। ਹੁਣ ਫਿਰ ਇੱਕ ਵਾਰ ਓਮੀਕਰੋਨ ਦਾ ਇਸ ਵਕਤ ਕੈਨੇਡਾ 'ਚ ਪ੍ਰਕੋਪ ਦੇਖਣ ਨੂੰ ਮਿਲ ਰਿਹਾ। ਸੋ ਇਸ ਕਰਕੇ ਉਹਨਾਂ ਲੋਕਾਂ ਲਈ ਅਸੀਂ ਸਮਝਦੇ ਹਾਂ ਕਿ ਵਾਕਈ ਨਿਰਾਸ਼ ਹੈਗੇ ਨੇ ਉਹ, ਕਿ ਜਿਹੜੇ ਜਾਂ ਕੈਨੇਡਾ ਤੋਂ ਬਾਹਰ ਬੈਠੇ ਨੇ। ਕੁਝ ਲੋਕ ਜਿਹੜੇ ਆ ਉਹਨਾਂ ਨੂੰ ਕੈਨੇਡਾ 'ਚ ਬਹਿ ਕੇ ਵੀ ਜਿਹੜਾ ਵਾ ਕੁਝ ਜਿਹੜਾ ਵਾ ਉਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇੰਤਜ਼ਾਰ ਕਰਨਾ ਪੈ ਰਿਹਾ, ਪਰ ਉਹਦੇ ਵਿੱਚ ਇਮੀਗ੍ਰੇਸ਼ਨ ਵੱਲੋਂ ਕੁਝ ਆਪਣੇ ਤਰਕ ਦਿੱਤੇ ਜਾਂਦੇ ਆ। ਸੋ ਉਮੀਦ ਕਰਦੇ ਹਾਂ ਕਿ ਹੁਣ ਜਦੋਂ ਨਵਾਂ ਸਾਲ ਸ਼ੁਰੂ ਹੋਊਗਾ, ਜਿਹੜਾ ਅਗਲਾ ਫਿਰ 4,21,000 ਦਾ ਟਾਰਗੇਟ ਆ, ਉਹਦੇ ਵਿੱਚ ਜਿਹੜੇ ਉਡੀਕ ਕਰ ਰਹੇ ਨੇ ਉਹਨਾਂ ਦੀ ਵੀ ਫਾਈਲ ਜਿਹੜੀ ਉਹਦਾ ਨਿਪਟਾਰਾ ਹੋਵੇਗਾ, ਤੇ ਉਹਨਾਂ ਦੀ ਜਿਹੜੀ ਉਡੀਕ ਆ ਉਹ ਖਤਮ ਹੋਵੇਗੀ। ਇੱਕ ਇਹਦੇ ਨਾਲ ਚਰਚਾ ਜਿਹੜੀ ਚੱਲਦੀ ਹੈ ਕਿ ਫੈਡਰਲ ਸਕਿਲਡ ਵਰਕਰ ਡਰਾਅ ਨਹੀਂ ਨਿਕਲ ਰਹੇ ਆ, ਉਹਦੇ ਬਾਰੇ ਹੁਣ ਅਸੀਂ ਨਹੀਂ ਦੱਸ ਸਕਦੇ ਕਿ ਉਹ ਕਦੋਂ ਨਿਕਲਣਗੇ।
ਕੁਝ ਦਰਸ਼ਕ ਇਹ ਵੀ ਕਹਿੰਦੇ ਸੀ ਕਿ ਉਹ ਡਰਾਅ ਤਾਂ ਨਿਕਲ ਨਹੀਂ ਰਿਹਾ, ਪੀਆਰ ਕਿਹੜੇ ਲੋਕਾਂ ਨੂੰ ਦੇ ਦਿੱਤੀ। ਸੋ ਆਲਰੇਡੀ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਜਿਹੜੀ ਉਹ ਫਾਈਲਾਂ ਲੱਗੀਆਂ ਹੁੰਦੀਆਂ ਨੇ, ਖਾਸ ਕਰਕੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਜਿਹੜੀ ਐਕਸਪ੍ਰੈਸ ਐਂਟਰੀ ਡਰਾਅ ਲਗਾਤਾਰ ਨਿਕਲਦੇ ਰਹੇ, ਉਹਨਾਂ 'ਚ ਬਹੁਤ ਸਾਰੀਆਂ ਫਾਈਲਾਂ ਜਿਹੜੀਆਂ ਸੀਗੀਆਂ। ਸੋ ਕੈਨੇਡਾ ਨੂੰ ਮੇਰੇ ਖਿਆਲ ਨਾਲ ਫਾਈਲਾਂ ਦੀ ਤਾਂ ਘਾਟ ਕਿਤੇ ਨਹੀਂ ਹੁੰਦੀ, ਪਰ ਇੰਨਾ ਜ਼ਰੂਰ ਹੈ ਕਿ ਬੈਕਲੌਗ ਇਸ ਵਕਤ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਦਰਸ਼ਕ ਨਿਰਾਸ਼ ਨੇ, ਜਿਹੜੇ ਉਡੀਕ ਕਰ ਰਹੇ ਨੇ, ਜਲਦੀ ਉਹਨਾਂ ਨੂੰ ਵੀ ਕੋਈ ਨਾ ਕੋਈ ਜਵਾਬ ਜ਼ਰੂਰ ਮਿਲੇਗਾ। ਜੀ ਮਨਦੀਪ ਜੀ, ਅਗਲੀ ਖਬਰ ਵੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਹੈ। ਇਮੀਗ੍ਰੇਸ਼ਨ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ, ਧੋਖੇ ਦੀ ਗੱਲ ਕੀਤੀ ਗਈ ਹੈ। ਇਹ ਕਿਸ ਚੀਜ਼ ਦੇ ਵਿੱਚ ਧੋਖਾ ਹੋ ਰਿਹਾ ਹੈ ਤੇ ਕੀ ਚੇਤਾਵਨੀ ਦਿੱਤੀ ਜਾ ਰਹੀ ਹੈ? ਜੀ ਬਿਲਕੁਲ, ਪਿਛਲੀ ਖਬਰ ਨਾਲ ਇੱਕ ਹੋਰ ਮੈਂ ਥੋੜਾ ਜਿਹਾ ਜੋੜ ਦੇਵਾਂ ਕਿ ਜਿਹੜੇ ਲੋਕ, ਕਿਉਂਕਿ ਸਵਾਲ ਇਹੀ ਸੀ ਕਿ ਪ੍ਰੋਸੈਸਿੰਗ ਨਹੀਂ ਹੋ ਰਹੀ, ਹਾਲਾਂਕਿ ਪਿਛਲੇ ਪ੍ਰੋਗਰਾਮਾਂ 'ਚ ਵੀ ਆਪਾਂ ਦਾ ਜ਼ਿਕਰ ਕਰ ਚੁੱਕੇ ਹਾਂ, ਪਰ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਜਿਹੜਾ ਜਸਟਿਨ ਟਰੂਡੋ ਨੇ ਮੈਂਡੇਟ ਲੈਟਰ ਲਿਖਿਆ, ਇੱਕ ਟਾਸਕ ਵਜੋਂ ਲਿਖਿਆ ਕਿ ਆਹ ਕੰਮ ਤੁਸੀਂ ਕਰਨੇ ਆ, ਇਹ ਲਿਖਿਆ ਉਹਨਾਂ ਨੇ ਇਮੀਗ੍ਰੇਸ਼ਨ ਮੰਤਰੀ ਨੂੰ। ਉਹ 'ਚ ਸਭ ਤੋਂ ਪਹਿਲਾ ਪੁਆਇੰਟ ਇਹੀ ਆ ਕਿ ਜਿਹੜੀ ਫਾਈਲਾਂ ਦੀ ਪ੍ਰੋਸੈਸਿੰਗ ਆ ਉਹ ਤੇਜ਼ ਕੀਤੀ ਜਾਵੇ। ਸੋ ਉਹਨੂੰ ਲੈ ਕੇ ਸਰਕਾਰ ਕਾਫੀ ਇਨਵੈਸਟਮੈਂਟ ਵੀ ਕਰ ਰਹੀ ਆ, ਸਾਰਾ ਕੁਝ ਡਿਜੀਟਲ ਕੀਤਾ ਜਾ ਰਿਹਾ ਤਾਂ ਕਿ ਆਨਲਾਈਨ ਜਲਦੀ ਜਿਹੜੇ ਆ ਉਹ ਫਾਈਲਾਂ ਦਾ ਨਿਪਟਾਰਾ ਹੋ ਸਕੇ। ਕੁਝ ਹੋਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੀ ਮਦਦ ਲਈ ਜਾਵੇ। ਸੋ ਉਹ ਉਮੀਦ ਆ ਕਿ ਅਗਲੇ ਸਾਲ ਜਿਹੜਾ ਫਾਈਲਾਂ ਦਾ ਨਿਪਟਾਰਾ ਹੋਰ ਜਲਦੀ ਹੋਵੇਗਾ। ਔਰ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਇਹ ਆ ਕਿ ਭਾਰਤ ਤੋਂ ਹੁਣ ਬਹੁਤ ਸਾਰੇ ਲੋਕ ਜਿਹੜੇ ਆ, ਕਿਉਂਕਿ ਪਿਛਲੇ 2 ਸਾਲਾਂ ਤੋਂ ਵਿਜ਼ਟਰ ਵੀਜ਼ੇ ਜਿਹੜੇ ਉਹ ਨਹੀਂ ਲੱਗ ਰਹੇ ਆ, ਔਰ ਹੋਰ ਵੀ ਜਿਹੜੀਆਂ ਫਾਈਲਾਂ ਨੇ ਬਾਹਰੋਂ ਉਹਨਾਂ ਦਾ ਕੰਮ ਛੇਤੀ ਨਹੀਂ ਹੋ ਰਿਹਾ। ਔਰ ਸਾਨੂੰ ਇਹ ਵੀ ਪਤਾ ਕਿ ਇੱਕ ਵਾਰ ਪੂਰੇ ਤਰੀਕੇ ਨਾਲ ਜਿਹੜਾ ਅਬੈਸੀਆਂ ਦਾ ਕੰਮ ਆ ਉਹ ਬੰਦ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਉਹ ਸਰਗਰਮ ਹੋ ਗਏ, ਜਦੋਂ ਹੁਣ ਦੁਬਾਰਾ ਇਹ ਸ਼ੁਰੂ ਹੋਣ ਜਾ ਰਿਹਾ ਕਿ ਅਸੀਂ ਜਿਹੜਾ ਜਲਦੀ ਵੀਜ਼ਾ ਲਗਵਾ ਦੇਵਾਂਗੇ, ਜਾਂ ਬਹੁਤ ਤਰੀਕੇ ਦੇ ਫਰਾਡ ਕੀਤੇ ਜਾਂਦੇ ਆ, ਜਿਹਨੂੰ ਅਸੀਂ ਇਹ ਵੀ ਦੇਖਿਆ ਸੀ ਪਿਛਲੇ ਦਿਨੀ ਕਿ ਜਿਹੜੇ ਫਿੰਗਰਪ੍ਰਿੰਟ ਹੁੰਦੇ ਨੇ, ਬਾਇਓਮੈਟ੍ਰਿਕਸ ਹੁੰਦੇ ਨੇ, ਉਹਦੇ ਵਿੱਚ ਵੀ ਜਿਹੜਾ ਵਾ ਪੈਸੇ ਲੈ ਕੇ ਜਿਹੜਾ ਸੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਸੀਗਾ। ਔਰ ਉਸ ਮਾਮਲੇ ਉੱਤੇ ਵੀ ਕੈਨੇਡਾ ਸਰਕਾਰ ਨੇ ਕਾਰਵਾਈ ਕੀਤੀ। ਔਰ ਹੁਣ ਜਿਹੜਾ ਵਾ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਆ, ਉਹਨਾਂ ਦੇ ਟਵਿੱਟਰ ਤੋਂ ਚੇਤਾਵਨੀ ਦਿੱਤੀ ਗਈ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਜਾਅਲੀ ਵੈਬਸਾਈਟਾਂ ਬਣਾ ਕੇ ਬੈਠੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਨਾਂ ਤੇ। ਜਾਅਲੀ ਉਹਨਾਂ ਵੱਲੋਂ ਈਮੇਲ ਜਿਹੜੇ ਉਹ ਐਡਰੈਸ ਬਣਾਏ ਗਏ ਨੇ। ਸੋ ਉਹਦੇ ਰਾਹੀਂ ਉਹ ਲੋਕਾਂ ਨਾਲ ਫਰਾਡ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਬਕਾਇਦਾ ਉਹਨਾਂ ਨੇ ਆਪਣੇ ਟਵੀਟ ਦੇ ਵਿੱਚ ਮੈਂਸ਼ਨ ਕਰਕੇ ਦੱਸਿਆ ਕਿ ਇਹ ਜਿਹੜੇ ਲੋਕ ਇਹ ਫਰਾਡ ਕਰ ਰਹੇ ਨੇ, ਇਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ। ਸੋ ਜਦੋਂ ਵੀ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਭਾਰਤ ਤੋਂ ਜਾਂ ਕਿਸੇ ਵੀ ਤਰੀਕੇ ਦਾ ਕੁਝ ਕੈਨੇਡੀਅਨ ਐਮਬੈਸੀ ਦਾ ਕੰਮ ਪੈਂਦਾ ਹੈ, ਚਾਹੇ ਬਾਇਓਮੈਟ੍ਰਿਕ ਦਾ, ਅਫੀਸ਼ੀਅਲ ਸਾਈਟ ਚੈੱਕ ਕਰੋ। ਔਰ ਕਿਤੇ ਵੀ ਕੋਈ ਸ਼ੱਕੀ ਲੱਗਦਾ ਤਾਂ ਜ਼ਰੂਰ ਉਹਨਾਂ ਨੰਬਰਾਂ ਦੀ, ਉਹ ਈਮੇਲ ਐਡਰੈਸ ਦੀ, ਉਹਦੀ ਜਿਹੜੀ ਆ ਜਾਂਚ ਕਰੋ ਤੇ ਅਫੀਸ਼ੀਅਲ ਵੈਬਸਾਈਟ ਦੀ ਪਛਾਣ ਸੌਖਿਆ ਹੋ ਜਾਂਦੀ ਆ, ਉਹਦੇ ਤੇ ਜਾ ਕੇ ਕਰੋ। ਔਰ ਬਹੁਤ ਵੱਡੇ ਫਰਾਡ ਹੋ ਰਹੇ ਨੇ, ਇਹਦੇ ਖੁਦ ਮੈਂਸ਼ਨ ਜਿਹੜਾ ਵਾ ਇਹ ਕੈਨੇਡੀਅਨ ਹਾਈ ਕਮਿਸ਼ਨ ਨੇ ਕੀਤਾ ਹੈ। ਜੀ ਮਨਦੀਪ ਜੀ, ਇਸ ਤੋਂ ਬਾਅਦ ਉਡਾਨਾਂ ਨਾਲ ਜੁੜੀ ਹੋਈ ਖਬਰ ਦੀ ਗੱਲ ਕਰ ਲੈਂਦੇ ਹਾਂ। ਹੁਣ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ, ਵੱਡੀਆਂ 에ਅਰਲਾਈਨਸ ਕਹਿ ਰਹੀਆਂ ਨੇ ਕਿ ਉਹਨਾਂ ਵੱਲੋਂ ਕੁਝ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਕੀ ਇਸ ਦੇ ਪਿੱਛੇ ਕਾਰਨ ਹੈ, ਕਿਉਂ 에ਅਰਲਾਈਨ ਵੱਲੋਂ ਇਹ ਫੈਸਲਾ ਲਿਆ ਜਾ ਰਿਹਾ? ਬਿਲਕੁਲ ਜੀ, ਕਿਉਂਕਿ ਇੱਕ ਤਾਂ ਇਸ ਵਕਤ ਜਿਹੜਾ ਵਾ ਉਹ ਹੁਣ ਕ੍ਰਿਸਮਸ ਦੀਆਂ ਛੁੱਟੀਆਂ ਚੱਲ ਰਹੀਆਂ ਨੇ। ਔਰ ਮੇਰੇ ਖਿਆਲ ਨਾਲ ਬਹੁਤੇ ਜਿਹੜੇ ਲੋਕ ਹੁੰਦੇ ਆ, ਕੰਮਕਾਰ ਕਰਦੇ ਆ, ਨੌਕਰੀਆਂ ਕਰਦੇ ਆ, ਉਹਨਾਂ ਨੂੰ ਇਹੀ ਹੁੰਦਾ ਹੈ ਕਿ ਸਾਨੂੰ ਘੱਟੋ ਘੱਟ ਜਿਹੜੀ ਕ੍ਰਿਸਮਸ ਦੀਆਂ ਛੁੱਟੀਆਂ ਜ਼ਰੂਰ ਮਿਲ ਜਾਣ, ਕਿਉਂਕਿ ਪੂਰੀ ਦੁਨੀਆ 'ਚ ਧੂਮਧਾਮ ਨਾਲ ਤਿਉਹਾਰ ਇਹ ਮਨਾਇਆ ਜਾਂਦਾ ਆ। ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਆਪਣੇ ਪਰਿਵਾਰ ਨਾਲ ਮਨਾਇਆ ਜਾਵੇ। ਸੋ ਬਹੁਤ ਸਾਰੇ ਜਿਹੜੇ 에ਅਰਲਾਈਨਸ ਦੇ ਕਰਮਚਾਰੀ ਆ, ਉਹ ਛੁੱਟੀਆਂ ਜਿਹੜੀਆਂ ਉਹ ਮੰਗ ਰਹੇ ਨੇ। ਔਰ ਕਈਆਂ ਵੱਲੋਂ ਛੁੱਟੀਆਂ ਜਮ੍ਹਾਂ ਕਰਕੇ ਰੱਖੀਆਂ ਜਾਂਦੀਆਂ ਨੇ ਤੇ ਕਈਆਂ ਵੱਲੋਂ ਅਚਾਨਕ ਸਿਕ ਲੀਵ ਜਿਹੜੀ ਦਿੱਤੀ ਜਾਂਦੀ ਆ। ਸੋ ਇਸ ਵਕਤ 에ਅਰਲਾਈਨਸ ਨੂੰ ਇਹਨਾਂ ਮੁਸ਼ਕਲਾਂ ਨਾਲ 2-4 ਹੋਣਾ ਪੈ ਰਿਹਾ। ਔਰ ਕਰਮਚਾਰੀਆਂ ਦੀ ਘਾਟ ਕਰਕੇ ਜਿਹੜੀਆਂ ਬਹੁਤ ਸਾਰੀਆਂ 에ਅਰਲਾਈਨਸ ਨੇ, ਜਿਹਦੇ ਵਿੱਚ ਲਫਤਾਂਸਾ ਜੋ ਇੱਕ ਵੱਡੀ 에ਅਰਲਾਈਨ ਆ, ਹੋਰ ਜਿਹੜੀ ਆ ਵਾਸ਼ਿੰਗਟਨ ਜਾਂ ਹੋਰ ਅੰਤਰਰਾਸ਼ਟਰੀ 에ਅਰਲਾਈਨਸ ਆ, ਉਹਨਾਂ ਵੱਲੋਂ ਜਿਹੜੀਆਂ ਹੁਣ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਕਰਨੀਆਂ ਪੈ ਰਹੀਆਂ ਨੇ। ਵੈਸੇ ਵੀ ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਅੰਤਰਰਾਸ਼ਟਰੀ ਯਾਤਰਾ ਕਰਦੇ ਨੇ। ਹਾਲਾਂਕਿ ਅੱਜ ਕੱਲ੍ਹ ਤਾਂ ਚਲੋ ਹੁਣ ਸਰਕਾਰਾਂ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ ਤੁਸੀਂ ਕਿਤੇ ਬਾਹਰ ਅੰਦਰ ਨਾ ਜਾਓ, ਅੰਤਰਰਾਸ਼ਟਰੀ ਯਾਤਰਾ ਨਾ ਕਰੋ, ਕਿਉਂਕਿ ਓਮਿਕਰੋਨ ਦਾ ਜਿਹੜਾ ਉਹ ਕਾਫੀ ਪ੍ਰਕੋਪ ਵਧਿਆ ਹੋਇਆ। ਪਰ ਫਿਰ ਵੀ ਬਹੁਤ ਲੋਕ ਜਿਹੜੇ ਯਾਤਰਾ ਵੀ ਕਰਦੇ ਨੇ। ਦੂਜੇ ਪਾਸੇ ਜਿਹੜੇ ਫਲਾਈਟਾਂ ਦੇ ਵਿੱਚ ਜਿਹੜਾ ਕੰਮ ਕਰਦੇ ਨੇ, ਜਿਹੜੇ ਲੋਕ 에ਅਰਲਾਈਨਸ ਕੰਪਨੀਆਂ 'ਚ ਕੰਮ ਕਰਦੇ ਨੇ, ਉਹ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਪਰਿਵਾਰਾਂ ਨਾਲ ਜਿਹੜਾ ਦਿਨ ਮਨਾਈਏ। ਸੋ ਕਈ ਵਾਰ ਕੰਪਨੀਆਂ ਫਿਰ ਉਹਨਾਂ ਨੂੰ ਮਨਾ ਨਹੀਂ ਕਰ ਸਕਦੀਆਂ। ਸੋ ਕੁਝ ਇਸ ਤਰੀਕੇ ਦੇ ਕਾਰਨ ਹੁੰਦੇ ਆ। ਸੋ ਇਸ ਕਰਕੇ ਇਸ ਵਕਤ ਇਹਨਾਂ ਕਾਰਨਾਂ ਕਰਕੇ ਫਲਾਈਟਾਂ ਰੱਦ ਹੋ ਰਹੀਆਂ ਨੇ। ਔਰ ਬਹੁਤ ਵੱਡੀ ਗਿਣਤੀ ਵਿੱਚ ਕਈ ਥਾਵਾਂ ਤੇ ਫਲਾਈਟਾਂ ਰੱਦ ਹੋਈਆਂ ਨੇ, ਜਿਨ੍ਹਾਂ ਕਰਕੇ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਜੀ
ਮਨਦੀਪ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਗਿਆ ਕ੍ਰਿਸਮਸ ਦੇ ਤਿਉਹਾਰ ਦੀ ਮੁਬਾਰਕਬਾਦ ਦਿੰਦਿਆਂ ਨਾਲ ਹੀ ਉਹਨਾਂ ਨੇ ਦੇਸ਼ ਵਾਸੀਆਂ ਨੂੰ ਇੱਕ ਸੁਨੇਹਾ ਦਿੱਤਾ ਹੈ। ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਸੁਨੇਹੇ ਉੱਪਰ ਨਜ਼ਰ ਮਾਰ ਲੈਂਦੇ ਹਾਂ। ਕ੍ਰਿਸਮਸ ਦੇ ਤਿਉਹਾਰ ਦੇ ਮੌਕੇ ਉੱਪਰ ਕੈਨੇਡਾ ਵਾਸੀਆਂ ਲਈ ਸੰਦੇਸ਼ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਵਾਸੀਆਂ ਨੂੰ ਉਮੀਦ ਰੱਖਣ ਦੇ ਵਾਸਤੇ ਕਿਹਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਸਮੇਂ ਕੈਨੇਡਾ ਵਿੱਚ ਜੋ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਕੈਨੇਡੀਅਨਸ ਨੂੰ ਘਬਰਾਉਣਾ ਨਹੀਂ ਚਾਹੀਦਾ, ਬਲਕਿ ਉਹਨਾਂ ਨੂੰ ਉਮੀਦ ਰੱਖਣੀ ਚਾਹੀਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਲ 2021 ਕਾਫੀ ਔਖਾ ਰਿਹਾ, ਪਰ ਕੈਨੇਡੀਅਨਸ ਇਸ ਨੂੰ ਬਿਨਾਂ ਡਰੇ ਕੱਢ ਲੈਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਕੈਨੇਡੀਅਨਸ ਲਈ ਜ਼ਰੂਰੀ ਹੈ ਕਿ ਉਹ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣ, ਪਬਲਿਕ ਹੈਲਥ ਗਾਈਡਲਾਈਨਸ ਦੀ ਪਾਲਣਾ ਕੀਤੀ ਜਾਵੇ ਅਤੇ ਵੱਡੇ ਪੱਧਰ ਦੇ ਉੱਪਰ ਇਕੱਠ ਨਾ ਕੀਤਾ ਜਾਵੇ। ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Merry Christmas and happy holidays, Canada. 'Tis the season for traditions old and new, for connecting with loved ones near and far, and most of all, 'tis the season for hope. Now, I know it might not feel like we have a whole lot to be hopeful about. After all, 2021 was another tough year, and we're not out of the woods yet. But here's the thing. We got through it together. Over the past year, we helped our neighbors. We supported our local businesses. We stayed home, skipped celebrations, and wore masks to keep each other safe. Our kids missed sleepovers and birthday parties, and we rolled up our sleeves to get vaccinated so we could defeat this virus. In other words, we showed up for each other. Because of that, we have one of the best vaccination rates in the world, and we created over 1 million jobs. We can and we should take comfort in the knowledge that there is no limit to what we can achieve when we pull together. So this season, and as we come into a new year, let's keep showing up for one another. Let's encourage our friends and family to get their vaccine and booster shots. Let's follow public health measures, wear our masks, and keep our distances. Let's keep being safe and smart, and let's finish the fight against COVID-19 so we can build a better future for everyone. My friends, brighter days are ahead, and we'll reach them together. From our family to yours, Hadrian, Ella Grace, Xavier, Sophie, and I wish you joy, health, and love this holiday season and beyond. ਜੀ ਮਨਦੀਪ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਗਾਤਾਰ ਦੇਸ਼ ਵਾਸੀਆਂ ਨੂੰ ਹੌਸਲਾ ਦਿੰਦੇ ਹੋਏ ਦਿਖਾਈ ਦੇ ਰਹੇ ਨੇ। ਕੱਲ ਹੈਲਥ ਵਰਕਰਸ ਲਈ ਵੀ ਉਹਨਾਂ ਵੱਲੋਂ ਪੋਸਟ ਸਾਂਝੀ ਕੀਤੀ ਗਈ ਸੀ ਤੇ ਹੁਣ ਕ੍ਰਿਸਮਸ ਦਾ ਜਿਹੜਾ ਇਹ ਤਿਉਹਾਰ ਹੈ, ਕਾਫੀ ਪਾਬੰਦੀਆਂ ਸੂਬਿਆਂ ਵੱਲੋਂ ਲਗਾਈਆਂ ਜਾ ਰਹੀਆਂ ਨੇ। ਕੀ ਸੂਬਿਆਂ ਵਿੱਚ ਇਸ ਸਮੇਂ ਹਾਲਾਤ ਬਣੇ ਹੋਏ ਨੇ? ਜੀ ਬਿਲਕੁਲ ਜੀ, ਸੂਬਿਆਂ ਦੇ ਹਾਲਾਤ ਵੀ ਜਿਹੜੇ ਆਪਾਂ ਦੱਸਾਂਗੇ, ਪਰ ਇਸ ਵਕਤ ਜਿਹੜੀ ਤੁਸੀਂ ਜਸਟਿਨ ਟਰੂਡੋ ਹੋਣਾ ਦੀ ਪਹਿਲਾਂ ਗੱਲ ਕੀਤੀ ਹੈ, ਜਸਟਿਨ ਟਰੂਡੋ ਹੋਣਾ ਨੇ ਇੱਕ ਵਾਰੀ ਫੇਰ ਜਿਹੜੀ ਉਮੀਦ ਜਗਾਈ ਆ ਲੋਕਾਂ ਦੇ ਵਿੱਚ ਕਿ ਚੰਗੇ ਦਿਨ ਜਿਹੜੇ ਉਹ ਆਉਣ ਵਾਲੇ ਆ। ਦੇਖਣ ਨੂੰ ਤਾਂ ਨਾਰਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਵਰਗਾ ਲੱਗਦਾ ਕਿ ਅੱਛੇ ਦਿਨ ਆਉਣੇ ਵਾਲੇ ਹੈ, ਪਰ ਜਸਟਿਨ ਟਰੂਡੋ ਹੁਣ ਕੁਝ ਹੋਰ ਹਿਸਾਬ ਨਾਲ ਕਹਿ ਰਿਹਾ। ਹਾਲਾਂਕਿ ਇਸ ਵਕਤ ਓਮੀਕਰੋਨ ਦਾ ਕਹਿਰ ਕਾਫੀ ਜਿਹੜਾ ਕੈਨੇਡਾ 'ਚ ਵੱਧ ਰਿਹਾ, ਵੱਡੀ ਗਿਣਤੀ 'ਚ ਮਾਮਲੇ ਆ ਰਹੇ ਨੇ। ਆਪਾਂ ਅੱਗੇ ਰਿਪੋਰਟ ਵੀ ਦਿਖਾਵਾਂਗੇ, ਉਸ ਤੋਂ ਬਾਅਦ ਫਿਰ ਸੂਬਿਆਂ ਦੀ ਗੱਲ ਵੀ ਕਰਾਂਗੇ। ਪਰ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਵਾ ਕੱਲ ਅਸੀਂ ਦੇਖਿਆ ਸੀ ਕਿ ਪਹਿਲਾਂ ਹੈਲਥ ਵਰਕਰਾਂ ਦਾ ਧੰਨਵਾਦ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਫਿਜ਼ੀਕਲੀ ਵੀ ਅਬਿਊਜ਼ ਕੀਤਾ ਗਿਆ, ਮੈਂਟਲੀ ਵੀ ਅਬਿਊਜ਼ ਕੀਤਾ ਗਿਆ। ਦੂਜੇ ਪਾਸਿਓਂ ਇਹ ਇਸ ਬਿਮਾਰੀ ਨਾਲ ਵੀ ਲੜੇ। ਬਹੁਤ ਸਾਰੇ ਦੁਨੀਆ ਭਰ ਦੇ ਵਿੱਚ ਜਿਹੜੇ ਹੈਲਥ ਵਰਕਰ ਆ ਜੋ ਅੱਗੇ ਹੋ ਕੇ ਇਸ ਬਿਮਾਰੀ ਨਾਲ ਜੂਝ ਰਹੇ ਸੀ, ਲੋਕਾਂ ਦੀ ਸੇਵਾ ਕਰ ਰਹੇ ਸੀ, ਉਹਨਾਂ ਦੀਆਂ ਮੌਤਾਂ ਵੀ ਹੋਈਆਂ। ਸੋ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਸ਼ਹੀਦ ਵੀ ਕਿਹਾ। ਸੋ ਆਪੋ ਆਪਣੇ ਵਿਚਾਰ ਸਾਰਿਆਂ ਨੇ ਰੱਖੇ, ਪਰ ਜਸਟਿਨ ਟਰੂਡੋ ਉਹਨਾਂ ਨੇ ਧੰਨਵਾਦ ਕੀਤਾ ਸੀ ਕਿ ਕੈਨੇਡੀਅਨ ਲੋਕਾਂ ਦੀ ਬਹੁਤ ਸੇਵਾ ਇਹਨਾਂ ਨੇ ਕੀਤੀ ਆ। ਸੋ ਅੱਜ ਉਹਨਾਂ ਦਾ ਸੁਨੇਹਾ ਜਿਹੜਾ ਸੀ ਸਮੁੱਚੇ ਕੈਨੇਡੀਅਨਸ ਲਈ ਸੀਗਾ ਕਿ ਬਹੁਤ ਜਲਦੀ ਉਹਨਾਂ ਨੂੰ ਉਮੀਦ ਹੈ, ਕਿਉਂਕਿ ਇਸ ਵਕਤ ਵੈਕਸੀਨ ਦਾ ਹਥਿਆਰ ਸਾਡੇ ਕੋਲ ਹੈਗਾ ਆ। ਸੋ ਉਹਨੂੰ ਵਰਤ ਕੇ ਬੂਸਟਰ ਸ਼ਾਟ ਲਵਾ ਕੇ ਕਹਿੰਦੇ ਵੀ ਆਪਾਂ ਜਲਦ ਜਿਹੜਾ ਸਮਾਂ ਲਿਆ ਸਕਦੇ। ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਸਮਰ ਹੋਊਗਾ ਉਹ ਚੰਗਾ ਹੋਊਗਾ, ਉਹਨਾਂ ਨੂੰ ਪੂਰੀ ਉਮੀਦ ਆ। ਸੋ ਉਹੀ ਹੁਣ ਉਮੀਦ ਕਰ ਸਕਦੇ ਆ ਕਿ ਆ ਹੁਣ ਇਸ ਵਕਤ ਹਾਲਾਂਕਿ ਓਮੀਕਰੋਨ ਦਾ ਕਹਿਰ ਇਸ ਵਕਤ ਹੈਗਾ ਆ। ਹਾਲਾਂਕਿ ਇਹ ਵੀ ਇੱਕ ਗੱਲ ਹੈਗੀ ਆ ਕਿ ਓਮੀਕਰੋਨ ਜਿਹੜਾ ਵਾ ਉਹ ਡੈਲਟਾ ਦੇ ਮੁਕਾਬਲੇ ਜਿਹੜਾ ਉਹ ਘੱਟ ਖਤਰਨਾਕ ਦੱਸਿਆ ਜਾ ਰਿਹਾ, ਪਰ ਦੂਜੇ ਪਾਸੇ ਖਤਰਨਾਕ ਗੱਲ ਇਹ ਆ ਕਿ ਇਹ ਫੈਲਦਾ ਬਹੁਤ ਜ਼ਿਆਦਾ ਆ। ਸੋ ਇਸ ਕਰਕੇ ਉਨੇ ਹੀ ਵੱਧ ਲੋਕਾਂ ਨੂੰ ਇਹ ਪ੍ਰਭਾਵਿਤ ਕਰ ਸਕਦਾ ਆ ਤੇ ਗਿਣਤੀ ਫੇਰ ਲੋਕਾਂ ਦੀ ਉੱਥੇ ਜਾ ਸਕਦੀ ਆ। ਸੋ ਇਸ ਕਰਕੇ ਜਸਟਿਨ ਟਰੂਡੋ ਕਹਿੰਦੇ ਵੀ ਤੁਸੀਂ ਆਪਣਾ ਇਹਤਿਆਤ ਵੀ ਰੱਖੋ, ਆਪਣੇ ਪਰਿਵਾਰ ਨਾਲ ਤਿਉਹਾਰ ਵੀ ਜਿਹੜਾ ਮਨਾਓ, ਪਰ ਇਹਦੇ ਨਾਲ ਨਾਲ ਕਹਿੰਦੇ ਤੁਸੀਂ ਹੌਸਲਾ ਵੀ ਨਾ ਛੱਡਿਓ। ਅੱਛੇ ਦਿਨ ਜਿਹੜੇ ਆ ਉਹ ਚੰਗੇ ਦਿਨ ਜਿਹੜੇ ਉਹ ਆਉਣ ਵਾਲੇ ਆ।
ਜੀ ਮਨਦੀਪ ਜੀ, ਇਸ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਕੇਸਿਸ ਵਧਦੇ ਹੋਏ ਦਿਖਾਈ ਦੇ ਰਹੇ ਨੇ ਤੇ ਇੱਥੇ ਜੋ ਡਾਕਟਰ ਬੋਨੀ ਹੈਨਰੀ ਉਹਨਾਂ ਵੱਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਤੋਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਬ੍ਰਿਟਿਸ਼ ਕੋਲੰਬੀਆ ਨੇ ਅੱਜ ਕ੍ਰਿਸਮਸ ਈਵ ਤੇ ਤਾਂ ਜਿਹੜਾ ਵਾ ਕੋਈ ਹੱਲੇ ਤੱਕ ਜਾਣਕਾਰੀ ਨਹੀਂ ਕੀਤੀ ਹੈ ਜਦ ਤੱਕ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ। ਪਰ ਕੱਲ ਜਿਹੜੇ ਕੇਸ ਆਏ ਸੀ ਉਹਦੇ ਹਿਸਾਬ ਨਾਲ ਦੇਖੀਏ ਤਾਂ ਬਹੁਤ ਵੱਡਾ ਜਿਹੜਾ ਉਹ ਇੱਕ ਕੇਸਾਂ ਦੇ ਵਿੱਚ ਵਾਧਾ ਹੋਇਆ। ਬੀਤੇ ਦਿਨ 2046 ਕੇਸ ਜਿਹੜੇ ਉਹ ਕਰੋਨਾ ਵਾਇਰਸ ਦੇ ਸਾਹਮਣੇ ਆਏ ਆ, ਜਿਹਦੇ ਵਿੱਚੋਂ 900 ਤੋਂ ਵੱਧ ਜਿਹੜੇ ਕੇਸ ਉਹ ਕੱਲੇ ਓਮੀਕਰੋਨ ਨਾਲ ਸੰਬੰਧਿਤ ਆ। ਔਰ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ। ਉਸ ਤੋਂ ਬਾਅਦ ਫਿਰ ਫਰੇਜ਼ਰ ਹੈਲਥ ਆ ਜਿਹੜਾ ਇਲਾਕਾ, ਜਿਸ 'ਚ ਸਰੀ ਤੇ ਨੇੜੇ ਤੇੜੇ ਦੇ ਸ਼ਹਿਰ ਆ ਜਾਂਦੇ ਆ, ਇਹ ਵਾਲਾ। ਸੋ ਇਹਨਾਂ ਦੋਨਾਂ ਵਿੱਚ ਜਿਹੜੇ ਆ ਓਮੀਕਰੋਨ ਦੇ ਮਾਮਲੇ ਕਾਫੀ ਵੱਧ ਰਹੇ ਨੇ। ਔਰ ਸਭ ਤੋਂ ਘੱਟ ਮਾਮਲੇ ਇਸ ਵਕਤ ਜਿਹੜੇ ਉਹ ਨਾਰਥਰਨ ਹੈਲਥ ਰੀਜਨ ਤੋਂ ਆ ਰਹੇ ਨੇ। ਫਿਲਹਾਲ ਉੱਥੇ ਕੁਝ ਬਚਾਅ ਨਜ਼ਰ ਆ ਰਿਹਾ, ਪਰ ਇਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਜਿਹੜਾ ਵਾ ਉਹ ਕਾਫੀ ਜਿਹੜਾ ਓਮੀਕਰੋਨ ਦੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਨੇ। ਸੋ ਇਸ ਤਰੀਕੇ ਨਾਲ ਜੇਕਰ ਅਸੀਂ ਦੇਖੀਏ ਤਾਂ BC ਜਿਹੜੇ ਹੈਲਥ ਅਫੀਸ਼ੀਅਲ ਆ ਉਹਨਾਂ ਵੱਲੋਂ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਸੀਗੀਆਂ। ਸੋ ਉਹਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅੱਜ ਵੀ ਕੁਝ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ, ਜਿਹਦੇ ਵਿੱਚ ਕੁਝ ਹਦਾਇਤਾਂ ਲਿਖੀਆਂ ਹੋਈਆਂ ਨੇ, ਜਿਸ 'ਚ ਦੱਸਿਆ ਗਿਆ ਕਿ ਜਿਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਆ ਉਹਨਾਂ ਨੂੰ ਓਮੀਕਰੋਨ ਬਹੁਤ ਜਲਦੀ ਜਿਹੜਾ ਹੁੰਦਾ ਆ। ਬਹੁਤ ਵੱਧ ਕੇਸ ਉਹਨਾਂ ਦੇ ਆ ਰਹੇ ਨੇ ਜਿਨ੍ਹਾਂ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈ ਆ, ਪਰ ਕਹਿੰਦੇ ਉਹਨਾਂ ਦੇ ਵੀ ਕੁਝ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਵੈਕਸੀਨ ਲਗਵਾਈ ਹੋਈ ਆ। ਪਰ ਜਿਨ੍ਹਾਂ ਨੇ ਨਹੀਂ ਲਗਵਾਈ ਹੋਈ ਉਹਨਾਂ ਲਈ ਇਹ ਜ਼ਿਆਦਾ ਘਾਤਕ ਸਿੱਧ ਹੋ ਸਕਦਾ ਆ। ਉਹ ਹਸਪਤਾਲ ਤੱਕ ਜਾ ਸਕਦੇ, ਨੌਬਤ ਆ ਸਕਦੀ ਆ। ਔਰ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਇਸੇ ਕਰਕੇ ਜਿਹੜਾ ਵੈਕਸੀਨ ਸਭ ਨੂੰ ਲਵਾਉਣੀ ਚਾਹੀਦੀ ਆ ਤੇ ਬੂਸਟਰ ਸ਼ਾਟ ਵੀ ਲਵਾਉਣੇ ਚਾਹੀਦੇ ਆ। ਔਰ ਇਹ ਸਭ ਤੋਂ ਵੱਡੀ ਗੱਲ ਇੱਕ ਇਹ ਵੀ ਉਹਨਾਂ ਦੇ ਵਿੱਚ ਲਿਖੀ ਹੋਈ ਆ ਕਿ ਉਹਨਾਂ ਨੂੰ ਵੀ ਇਹ ਹੋ ਰਿਹਾ ਜਿਨ੍ਹਾਂ ਨੂੰ ਪਹਿਲਾਂ ਕਰੋਨਾ ਹੋ ਚੁੱਕਾ ਆ। ਸੋ ਇਹ ਇੱਕ ਕਾਫੀ ਜਿਹੜੀ ਚਿੰਤਾ ਵਾਲੀ ਗੱਲ ਆ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਹਿਤਿਆਤ ਜ਼ਰੂਰ ਰੱਖੋ, ਕ੍ਰਿਸਮਸ ਵੀ ਮਨਾਓ ਆਪਣੇ ਪਰਿਵਾਰ ਦੇ ਨਾਲ, ਪਰ ਜ਼ਿਆਦਾ ਇਹ ਧਿਆਨ ਰੱਖੋ ਕਿ ਜਿਨ੍ਹਾਂ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਉਹਨਾਂ ਦੇ ਵੈਕਸੀਨ ਵੀ ਲੱਗੀ ਹੋਵੇ ਔਰ ਸੁਰੱਖਿਅਤ ਵੀ ਹੋਵੇ। ਆਪਣਾ ਡਿਸਟੈਂਸ ਵੀ ਬਣਾ ਕੇ ਰੱਖੋ ਤੇ ਵੱਡੀਆਂ ਗੈਦਰਿੰਗਸ ਨਾ ਕਰੋ। ਜੋ ਇਸ ਵਕਤ ਹਦਾਇਤਾਂ ਨੇ, ਜੋ 10-10 ਲੋਕ ਘਰ ਦੇ ਵਿੱਚ ਇਕੱਠੇ ਹੋ ਸਕਦੇ ਨੇ, ਉਸੇ ਹਿਸਾਬ ਨਾਲ ਚੱਲਿਆ ਜਾਵੇ ਤਾਂ ਬਚਾ ਰਹੇਗਾ। ਜੀ ਮਨਦੀਪ ਜੀ, ਇਸ ਤੋਂ ਬਾਅਦ ਹੁਣ ਓਨਟਾਰੀਓ ਦੀ ਗੱਲ ਕਰਦੇ ਹਾਂ। ਓਨਟਾਰੀਓ ਵਿੱਚ ਅੱਜ ਰਿਕਾਰਡ ਤੋੜ ਕੇਸਿਸ ਦਰਜ ਕੀਤੇ ਗਏ। ਇੱਕੋ ਦਿਨ ਵਿੱਚ 9000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣੇ ਵਾਕਈ ਚਿੰਤਾ ਦਾ ਵਿਸ਼ਾ ਨੇ। ਤੇ ਹੁਣ ਓਨਟਾਰੀਓ ਤੋਂ ਜੋ ਕੇਸਿਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਪਹਿਲਾਂ ਉਸ ਰਿਪੋਰਟ ਦੇ ਉੱਪਰ ਨਜ਼ਰ ਮਾਰ ਲੈਂਦੇ ਹਾਂ, ਫਿਰ ਇਸ ਦੇ ਉੱਪਰ ਗੱਲਬਾਤ ਕਰਾਂਗੇ। ਓਨਟਾਰੀਓ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦਾ ਇੱਕ ਵਾਰ ਫਿਰ ਤੋਂ ਰਿਕਾਰਡ ਟੁੱਟਿਆ ਹੈ। ਇੱਥੇ ਇੱਕੋ ਦਿਨ ਵਿੱਚ 9000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ। ਓਨਟਾਰੀਓ ਵਿੱਚ 24 ਘੰਟਿਆਂ ਦੌਰਾਨ 9500 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇੱਥੇ ਪ੍ਰੋਵਿੰਸ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 19% ਦੇ ਉੱਪਰ ਪਹੁੰਚ ਗਿਆ ਹੈ। ਹੁਣ ਓਨਟਾਰੀਓ ਤੋਂ ਜੋ ਰੋਜ਼ਾਨਾ ਕੇਸਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 24 ਘੰਟਿਆਂ ਦੌਰਾਨ 9571 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇੱਕ ਦਿਨ ਪਹਿਲਾਂ ਜਾਣੀ ਕਿ ਵੀਰਵਾਰ ਨੂੰ ਪ੍ਰੋਵਿੰਸ ਵਿੱਚ 5790 ਕੇਸਿਸ ਰਿਪੋਰਟ ਕੀਤੇ ਗਏ ਸਨ, ਜੋ ਕਿ ਪਹਿਲਾਂ ਦੇ ਮੁਕਾਬਲੇ ਇੱਕ ਵੱਡਾ ਅੰਕੜਾ ਸੀ। ਦੱਸ ਦਈਏ ਕਿ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਵੱਲੋਂ ਪਹਿਲਾਂ ਹੀ ਇਹ ਬਿਆਨ ਦੇ ਦਿੱਤਾ ਗਿਆ ਸੀ ਕਿ ਹੁਣ ਲਗਾਤਾਰ ਕੇਸਿਸ ਵੱਧ ਸਕਦੇ ਨੇ ਤੇ ਇਹ ਸਿਲਸਿਲਾ ਕਈ ਹਫ਼ਤਿਆਂ ਤੱਕ ਜਾਰੀ ਰਹਿ ਸਕਦਾ ਹੈ। ਸਿਹਤ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਓਮਿਕਰੌਨ ਵੇਰੀਐਂਟ ਦਾ ਫੈਲਾਅ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ, ਜਿਸ ਕਾਰਨ ਪ੍ਰੋਵਿੰਸ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ। ਉਨ੍ਹਾਂ ਵੱਲੋਂ ਅੰਦਾਜ਼ਾ ਲਗਾਇਆ ਗਿਆ ਸੀ ਕਿ ਸਰਦੀਆਂ ਦੇ ਮੌਸਮ ਵਿੱਚ ਓਮਿਕਰੌਨ ਵੇਰੀਐਂਟ ਕਾਰਨ ਕੇਸਿਸ ਵੱਧ ਸਕਦੇ ਨੇ। ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਲਈ ਵੀ ਇਸੇ ਤਰ੍ਹਾਂ ਦੀ ਗੱਲ ਆਖੀ ਗਈ ਹੈ, ਜਿਸ ਮੁਤਾਬਕ ਹੁਣ ਸੂਬੇ ਵਿੱਚ ਪਹਿਲਾਂ ਦੇ ਮੁਕਾਬਲੇ ਕੇਸਿਸ ਕੁਝ ਹਫ਼ਤਿਆਂ ਤੱਕ ਅੱਗੇ ਵਧਦੇ ਰਹਿਣਗੇ। ਦੱਸਣਯੋਗ ਹੈ ਕਿ ਓਨਟਾਰੀਓ ਵੱਲੋਂ ਕਰੋਨਾ ਵਾਇਰਸ ਦੇ ਮੌਜੂਦਾ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਪਾਬੰਦੀਆਂ ਵੀ ਲਗਾਈਆਂ ਗਈਆਂ ਅਤੇ ਬੂਸਟਰ ਸ਼ਾਟ ਸੰਬੰਧੀ ਯੋਜਨਾ ਵੀ ਸਾਂਝੀ ਕੀਤੀ ਗਈ ਸੀ। ਪ੍ਰੀਮੀਅਰ ਡਗਫੋਰਡ ਵੱਲੋਂ ਐਲਾਨ ਕਰਦਿਆਂ ਕਿਹਾ ਗਿਆ ਕਿ ਹੁਣ 18 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਬੂਸਟਰ ਸ਼ਾਟ ਹਾਸਲ ਕਰ ਸਕਦੇ ਨੇ। ਉਨ੍ਹਾਂ ਦੇ ਐਲਾਨ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜ਼ਿਆਦਾਤਰ ਲੋਕਾਂ ਵੱਲੋਂ ਬੂਸਟਰ ਸ਼ਾਟ ਹਾਸਲ ਕਰਨ ਲਈ ਉਤਸ਼ਾਹ ਦਿਖਾਇਆ ਗਿਆ। ਪਹਿਲੇ ਹੀ ਦਿਨ ਕਾਫੀ ਲੋਕਾਂ ਵੱਲੋਂ ਇਸ ਵਾਸਤੇ ਬੁਕਿੰਗ ਵੀ ਕਰਵਾ ਲਈ ਗਈ। ਇਸ ਤੋਂ ਇਲਾਵਾ ਸੂਬੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਕਈ ਜਗ੍ਹਾ ਦੇ ਉੱਪਰ 50% ਕੈਪੈਸਿਟੀ ਲਿਮਿਟ ਲਗਾ ਦਿੱਤੀ ਗਈ ਹੈ। ਇਹ ਸਭ ਕੁਝ ਓਮਿਕਰੌਨ ਵੇਰੀਐਂਟ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ। ਉਹ ਇਸ ਕਾਰਨ ਕਿਉਂਕਿ ਓਮਿਕਰੌਨ ਵੇਰੀਐਂਟ ਦਾ ਫੈਲਾਅ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਇਹ ਵੇਰੀਐਂਟ ਸਭ ਤੋਂ ਪਹਿਲਾਂ ਸਾਊਥ ਅਫਰੀਕੀ ਦੇਸ਼ਾਂ ਵਿੱਚ ਪਾਇਆ ਗਿਆ ਤੇ ਹੁਣ ਕਾਫੀ ਜ਼ਿਆਦਾ ਦੇਸ਼ਾਂ ਵਿੱਚ ਇਸ ਨਾਲ ਸੰਬੰਧਿਤ ਮਾਮਲੇ ਤੇਜ਼ੀ ਨਾਲ ਵਧਦੇ ਹੋਏ ਦਿਖਾਈ ਦੇ ਰਹੇ ਨੇ। ਓਨਟਾਰੀਓ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਦਾ ਇੱਕ ਵਾਰ ਮਨਦੀਪ ਜੀ, ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਵੱਖ-ਵੱਖ ਪ੍ਰੋਵਿੰਸਸ ਵਿੱਚ ਸਖਤੀਆਂ ਕੀਤੀਆਂ ਜਾ ਰਹੀਆਂ ਨੇ, ਕੇਸਿਸ ਵਧ ਰਹੇ ਨੇ। ਓਨਟਾਰੀਓ ਵਿੱਚ
ਰਿਕਾਰਡ ਤੋੜ ਮਾਮਲੇ ਸਾਹਮਣੇ ਆਉਣਾ, ਕਿਊਬਿਕ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਅਤੇ ਕੀ ਸੂਬਿਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ? ਜੀ ਬਿਲਕੁਲ ਜੀ, ਕਿਊਬਿਕ ਤੋਂ ਕੱਲ ਜਿਹੜੇ ਸੀ ਉਹ 9000 ਤੋਂ ਮਾਮਲੇ ਵੱਧ ਸਾਹਮਣੇ ਆਏ ਸੀ। ਅੱਜ ਹਾਲਾਂਕਿ ਹਲੇ ਤੱਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਲੱਗਦਾ ਇਹ ਆ ਕਿ ਅੱਜ ਉੱਥੇ 10000 ਤੋਂ ਵੀ ਵੱਧ ਮਾਮਲੇ ਆ ਸਕਦੇ ਨੇ, ਜੋ ਮਾਹਰਾਂ ਦਾ ਇੱਕ ਅੰਦਾਜ਼ਾ ਆ, ਕਿਉਂਕਿ ਜਿਸ ਤੇਜ਼ੀ ਨਾਲ ਮਾਮਲੇ ਵੱਧ ਰਹੇ ਨੇ ਹੋ ਸਕਦਾ ਕਿ 10 ਤੋਂ ਵੀ ਕੁਝ ਉੱਪਰ ਚੱਲ ਜਾਣ। ਪਰ ਅੰਟਾਰੀਓ ਦੇ ਵਿੱਚ ਵੀ ਇੱਕਦਮ ਹੀ ਜਿਹੜੇ ਉਹ ਲਗਾਤਾਰ ਮਾਮਲੇ ਵੱਧ ਰਹੇ ਨੇ ਔਰ ਅੱਜ 9300 ਦੇ ਆਸ-ਪਾਸ ਜਿਹੜੇ ਮਾਮਲੇ ਉਹ ਸਾਹਮਣੇ ਆਏ ਨੇ। ਸੋ ਇਹਦੇ ਨਾਲ ਇਸ ਵਕਤ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ, ਹੁਣ ਤਾਂ ਬੂਸਟਰ ਸ਼ਾਟ ਵੀ ਵੱਡੀ ਗਿਣਤੀ 'ਚ ਉੱਥੇ ਲੱਗ ਰਹੇ ਨੇ ਔਰ ਵੱਡੀ ਤੌਰ ਤੇ ਟੈਸਟਿੰਗ ਵੀ ਜਿਹੜੀ ਉਹ ਕੀਤੀ ਜਾ ਰਹੀ ਹੈ। ਲੋਕਾਂ ਲਈ ਜਿਹੜਾ ਉਹ ਰੈਪਿਡ ਟੈਸਟ ਜਿਹੜੀਆਂ ਕਿੱਟਾਂ ਉਹ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ। ਸੋ ਹਾਲਾਤ ਜਿਹੜੇ ਆ ਕੁਝ ਹੋਰ ਨਾ ਪ੍ਰੋਵਿੰਸਸ ਦੇ ਵੀ ਜਿਹੜੇ ਠੀਕ ਨਹੀਂ ਗਏ, ਪਰ ਇਹਦੇ ਵਿੱਚ ਅਸੀਂ ਜੇਕਰ ਕਹੀਏ ਤਾਂ ਸਭ ਤੋਂ ਵੱਧ ਮਾਮਲੇ ਇਸ ਵਕਤ ਕਿਊਬਿਕ ਤੇ ਅੰਟਾਰੀਓ ਵਿੱਚ ਆ ਰਹੇ ਨੇ। ਉਸ ਤੋਂ ਬਾਅਦ BC ਵਿੱਚ ਵੀ ਮਾਮਲੇ ਵੱਧ ਰਹੇ ਨੇ, ਅਲਬਰਟਾ ਵਿੱਚ ਵੀ ਮਾਮਲੇ ਵੱਧ ਰਹੇ ਨੇ। ਬਾਕੀ ਪ੍ਰੋਵਿੰਸਸ ਦੇ ਵਿੱਚ ਉੱਥੇ ਦੀ ਆਬਾਦੀ ਦਾ ਹਵਾਲਾ ਹਲੇ ਬਾਕੀ ਸੂਬੇ ਹਿਸਾਬ ਨਾਲ ਠੀਕ ਹੈ, ਪਰ ਫਿਰ ਵੀ ਪਹਿਲਾਂ ਨਾਲੋਂ ਮਾਮਲੇ 'ਚ ਵਾਧਾ ਹੋ ਰਿਹਾ ਵਾ। ਸੋ ਜੇਕਰ ਅਸੀਂ ਇਸ ਵਕਤ ਗੱਲ ਕਰੀਏ ਤਾਂ ਪੂਰੇ ਕੈਨੇਡਾ 'ਚ ਹੀ ਓਮੀਕਰੋਨ ਨੇ ਆਪਣੀ ਦਹਿਸ਼ਤ ਜਿਹੜੀ ਬਣਾ ਕੇ ਰੱਖੀ ਹੋਈ ਆ। ਸੋ ਇਸ ਵਕਤ ਪੂਰੇ ਕੈਨੇਡਾ 'ਚ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਲੋਕ ਜਿਹੜੇ ਹੁਣ ਵੈਕਸੀਨ ਜਿਨ੍ਹਾਂ ਦੇ ਨਹੀਂ ਲੱਗੀ ਆ ਉਹਨਾਂ ਨੂੰ ਜ਼ਿਆਦਾ ਖਤਰਾ, ਇਸ ਕਰਕੇ ਉਹ ਵੀ ਵੈਕਸੀਨ ਲਗਵਾਉਣੀ ਸ਼ੁਰੂ ਕਰ ਦੇਣ। ਤੇ ਦੂਜੇ ਪਾਸੇ ਜਿਨ੍ਹਾਂ ਨੂੰ 6 ਮਹੀਨੇ ਹੋ ਚੁੱਕੇ ਆ ਜਾਂ 5 ਮਹੀਨੇ, ਉਹ ਵੀ ਆਪਣਾ ਹੁਣ ਬੂਸਟਰ ਸ਼ਾਟ ਜਿਹੜਾ ਉਹ ਲਗਵਾ ਸਕਦੇ ਆ। ਜੀ ਮਨਦੀਪ ਜੀ, ਹੁਣ ਗੱਲ ਕਰਦੇ ਹਾਂ ਇੱਕ ਸਰੀ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਨਸ਼ੇ ਦੇ ਮਾਮਲੇ ਵਿੱਚ RCMP ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਤੇ ਨਕਦੀ ਬਰਾਮਦ ਕੀਤੀ ਗਈ ਹੈ। ਇਸ ਬਾਰੇ ਕੀ ਡਿਟੇਲ ਹੈ? ਬਿਲਕੁਲ ਜੀ, ਇਹ ਦੋ ਵੱਖੋ ਵੱਖਰੇ ਮਾਮਲੇ ਆ। ਇੱਕ ਮਾਮਲਾ ਜਿਹੜਾ ਉਹ ਸਤੰਬਰ ਦਾ ਆ, ਇੱਕ ਮਾਮਲਾ ਦਸੰਬਰ ਦਾ ਆ, ਜਿਹਦੇ ਵਿੱਚ ਪੁਲਿਸ ਵੱਲੋਂ ਜਿਹੜਾ ਵਾ ਉਹ 90000 ਦਾ ਕੈਸ਼ ਜਿਹੜਾ ਵਾ ਉਹ ਬਰਾਮਦ ਕੀਤਾ ਗਿਆ। ਸਤੰਬਰ ਵਾਲੇ ਮਾਮਲੇ ਵਿੱਚ ਸਤੰਬਰ 'ਚ ਇਹ 90000 ਕੈਸ਼ ਦੀ ਬਰਾਮਦੀ ਹੋਈ ਸੀ, ਨਾਲ ਵੱਡੀ ਗਿਣਤੀ ਵਿੱਚ ਜਿਹੜਾ ਉਹ ਫੈਂਟਾਨਿਲ ਨਸ਼ਾ ਬਰਾਮਦ ਹੋਇਆ ਸੀ, ਹੋਰ ਗੋਲੀਆਂ ਵੀ ਬਰਾਮਦ ਹੋਈਆਂ ਸੀ। ਤੇ ਆ ਦਸੰਬਰ ਦੇ ਵਿੱਚ ਵੀ ਜਿਹੜਾ ਉਹਨਾਂ ਵੱਲੋਂ ਇੱਕ ਬਰਾਮਦਗੀ ਕੀਤੀ ਗਈ ਹੈ, ਜਿਹਦੇ ਵਿੱਚ $60,000 ਜਿਹੜਾ ਉਹ ਕੈਸ਼ ਜਿਹੜਾ ਸੀ ਉਹ ਬਰਾਮਦ ਹੋਇਆ। ਸੋ ਕੁੱਲ ਮਿਲਾ ਕੇ $1.5 ਲੱਖ ਦਾ ਕੈਸ਼ ਬਣਦਾ ਆ ਤੇ ਸ਼ੰਕਾ ਇਹ ਹੀ ਹੈ ਕਿ ਇਹ ਸਾਰੀ ਡਰੱਗ ਮਨੀ ਆ। ਔਰ ਇਸ ਮਾਮਲੇ ਵਿੱਚ ਜਿਹੜਾ ਵਾ 2 ਨੌਜਵਾਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ, ਜਿਹੜੀ ਉਮਰ ਜਿਨ੍ਹਾਂ ਦੀ ਉਮਰ ਲੇਟ 20s 'ਚ ਦੱਸੀ ਜਾ ਰਹੀ ਆ। ਔਰ ਇਸੇ ਦੌਰਾਨ ਉਹਨਾਂ ਕੋਲੋਂ ਜਿਹੜਾ ਹਥਿਆਰ ਵੀ ਬਰਾਮਦ ਕੀਤੇ ਗਏ ਨੇ, ਸ਼ਾਟਗਨ ਬਰਾਮਦ ਕੀਤੀ ਗਈ ਆ। ਸੋ RCMP ਵੱਲੋਂ ਇਹਦੇ ਸੰਬੰਧੀ ਜਾਣਕਾਰੀ ਜਾਰੀ ਜਿਹੜੀ ਉਹ ਕੀਤੀ ਗਈ ਆ। ਸੋ ਇਹ ਜਿਹੜਾ ਸਾਰਾ ਨਸ਼ਾ ਸੀਗਾ, ਇਹ ਸਾਰਾ ਸਟਰੀਟ ਲੈਵਲ ਉੱਤੇ ਜਿਹੜਾ ਉਹ ਵਿਕਣਾ ਸੀਗਾ। ਸੋ ਅਸੀਂ ਵਾਰ-ਵਾਰ ਹਰ ਮਹੀਨੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਓਵਰਡੋਜ਼ ਦੇ ਨਾਲ ਜਿਹੜਾ ਵਾ ਉਹ ਮੌਤਾਂ ਹੁੰਦੀਆਂ ਨੇ। ਔਰ ਇਸ ਵਾਰ ਪਿਛਲੇ ਮਹੀਨੇ ਜਿਹੜੀ ਰਿਪੋਰਟ ਆਈ ਸੀ ਉਹਨੇ ਵੀ ਰਿਕਾਰਡ ਤੋੜੇ, 200 ਦੇ ਆਸ-ਪਾਸ ਲੋਕਾਂ ਦੀ ਇੱਕ ਮਹੀਨੇ 'ਚ BC 'ਚ ਮੌਤ ਹੋਈ ਸੀ ਓਵਰਡੋਜ਼ ਦੇ ਕਰਕੇ। ਸੋ ਇਹ ਜਿਹੜਾ ਨਸ਼ਾ ਵਿਕਦਾ ਸਟਰੀਟ ਲੈਵਲ ਦੇ ਉੱਤੇ, ਇਹਨੂੰ ਵੀ ਇੱਕ ਜਿਹੜਾ ਵੱਡਾ ਕਾਰਨ ਇਸ ਲਈ ਮੰਨਿਆ ਜਾ ਸਕਦਾ। ਸੋ ਉਸ ਮਾਮਲੇ ਵਿੱਚ ਠੱਲ ਪਾਉਣ ਲਈ ਪੁਲਿਸ ਕੰਮ ਕਰ ਰਹੀ ਆ। ਸੋ ਇਹ ਵੱਡੀ ਇੱਕ ਬਰਾਮਦਗੀ ਸਾਰੀ RCMP ਵੱਲੋਂ ਜਿਹੜੀ ਉਹ ਕੀਤੀ ਗਈ ਹੈ। ਜੀ ਮਨਦੀਪ ਜੀ, ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਧੰਨਵਾਦ ਜੀ। ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਦੀ ਰਾਹੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।